वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो साहिबे कमाल बादशाह दरवेश मर्द अगमड़े सतगुरु कलगीधर पिता शहीद पिता दे सपुत्र शहीद पुत्रां दे पिता सरबंस दानी धन 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 श्री गुरु गोबिंद सिंह पातशाह महाराज जी दे पवित्र प्रकाश अस्थान तख्त श्री हरमंदिर जी पटना साहब की यात्रा करदियां गुरु कलगीधर पातशाह जी दे पावन पवित्र प्रकाश गुरपुरब मनाउण वास्ते अपने लोक परलोक दे सुखदाते सतगुरु छतर चवर तख्त दे मालक सतगुरु धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। कदे छोटे हुंदियां सुनदे हुंदे सां प्रभात फेरियां दे रूप विच जां जदों संगतां ने यात्रा ते आउणा जन्म गुरां दा पटना साहिब दा आनंदपुर डेरे लाए ने चलो सिंघो चल दर्शन करिए गुरु गोबिंद सिंह आए ने। ये उन्हां साडे बजुर्गां दी जिहड़े बहुत सारे पढ़ाई लिखाई दे सर्टिफिकेटां दे थल्ले नहीं दबे हुए सन, ये उन्हां दा सिदक हुंदा सी, ये उन्हां दी निष्ठा हुंदी सी और उसे भाव प्यार नूं लैके संसार भर दे विचों अज तुसीं इत्थे हाजिर होए हो। गुरु दरबार दे निजम अनुसार समा है गुरु की बाणी दी विचार दा, जो अज सच्चे पातशाह ने इस तख्त श्री हरमंदिर जी तो पोथी परमेश्वर के थान विचों आवाजा बख्शिया है, श्री मुख वाक दी बख्शिश कीती है, उस दी विचार दा मूल पाठ आप जी ने गुरु के वजीर पासों सरवण कीता है। राग है तनासरी, बाणी दे उच्चारण करता ने पंजवें पातशाह शहीदां दे सिरताज शांति दे पुंज बाणी दे बोहित धन 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 गुरु अर्जन दे पिता महाराज और ये पावन श्री मुखवाक
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 673 74 ਅੰਗ ਤੇ ਦਰਜ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਅੰਮ੍ਰਿਤ ਸਾਰੇ ਦਾ ਅਰਥ ਇਹ ਨਹੀਂ ਕਿ ਬਹੁਤੇ ਅੰਮ੍ਰਿਤ ਨੇ, ਅੰਮ੍ਰਿਤ ਇੱਕੋ ਹੀ ਹੈ, ਪਰ ਇਹ ਸਾਰੀ ਬਾਣੀ ਵਿੱਚ ਹੈ। ਕੋਈ ਸ਼ਬਦ ਐਸਾ ਨਹੀਂ ਜਿਹਦਾ ਤੁਸੀਂ ਇਹ ਅਰਥ ਕਰ ਸਕੋ ਕਿ ਇਹਦੇ ਵਿੱਚ ਇਹ ਆਤਮਿਕ ਜੀਵਨ ਦੇਣ ਵਾਲਾ ਜਲ ਅੰਮ੍ਰਿਤ ਨਹੀਂ ਹੈ। ਇਹ ਬੜਾ ਛੋਟਾ ਜਿਹਾ ਮੰਤਰ ਹੈ, ਜੇ ਸਿੱਖ ਦ੍ਰਿੜ ਕਰ ਲੈਣ ਕਿ ਬਾਣੀ ਤੋਂ ਬਿਨਾ ਸਾਡਾ ਗੁਰੂ ਕੋਈ ਨਹੀਂ ਹੈ, ਤੇ ਗੁਰੂ ਕੇਵਲ ਤੇ ਕੇਵਲ ਸਾਡੀ ਬਾਣੀ ਹੈ। ਇਹਦੇ ਨਾਲ ਜਿਹੜੇ ਸੋ ਕਾਲਡ ਗੁਰੂ ਨੇ ਆਪਣੇ ਆਪ ਤੋਂ ਬਣੇ ਹੋਏ, ਸਾਡਾ ਉਹਨਾਂ ਤੋਂ ਵੀ ਖਹਿੜਾ ਛੁੱਟ ਜਾਏਗਾ। ਤੇ ਜਿਹੜੀ ਮੇਰੇ ਵਰਗੇ ਪ੍ਰਚਾਰਕਾਂ ਨੂੰ ਅੱਧੀ ਕਥਾ ਇਸ ਗੱਲ ਦੀ ਕਰਨੀ ਪੈਂਦੀ ਹੈ ਕਿ ਦੇਹਧਾਰੀ ਗੁਰੂ ਨਹੀਂ ਹੋਣੇ ਚਾਹੀਦੇ, ਨਹੀਂ ਹੈਗੇ, ਨਹੀਂ ਮੱਥੇ ਟੇਕਣੇ ਚਾਹੀਦੇ, ਇਹਦਾ ਭੋਗ ਵੀ ਪੈ ਜਾਏਗਾ। ਇਹ ਗੱਲ ਮੈਨੂੰ ਮੇਰੇ ਇੱਕ ਮਿੱਤਰ ਨੇ, ਵਿਦੇਸ਼ ਵਿੱਚ ਰਹਿੰਦਾ ਹੈ, ਬੜਾ ਪੜ੍ਹਿਆ ਲਿਖਿਆ ਹੈ, ਪੜ੍ਹੇ ਲਿਖੇ ਤੋਂ ਭਾਵ ਉਹਨੇ ਗੁਰਮਤਿ ਨੂੰ ਪੜ੍ਹਿਆ ਹੋਇਆ ਹੈ। ਉਹ ਕਹਿੰਦਾ, ਗਿਆਨੀ ਜੀ ਤੁਹਾਡੀ ਬਹੁਤੀ ਕਥਾ ਜਿਹੜੀ ਹੈ ਨਾ, ਉਹ ਸ਼ਰ੍ਹਾ ਪੜਾਉਣ ਤੇ ਲੱਗ ਜਾਂਦੀ ਹੈ। ਸ਼ਰ੍ਹਾ ਮਰਿਆਦਾ ਕੀ ਕਰਨਾ ਹੈ ਕੀ ਨਹੀਂ ਕਰਨਾ, ਸਾਡਾ ਬਹੁਤਾ ਜ਼ੋਰ ਇੱਥੇ ਲੱਗਿਆ ਹੋਇਆ ਹੈ। ਔਰ ਸਵਾਲ ਵੀ ਸਾਡੇ ਇਹੋ ਜਿਹੇ ਨੇ ਵੀ ਜੇ ਨਹਾਉਣਾ ਹੈ ਤੇ ਕਿਰਪਾਨ ਕਿੱਥੇ ਰੱਖਣੀ ਹੈ, ਜੇ ਕਸ਼ਹਿਰਾ ਬਦਲਣਾ ਹੈ ਤੇ ਉਹ ਕਿਵੇਂ, ਕਿਹੜੀ ਲੱਤ ਚੋਂ ਪਹਿਲਾਂ ਇੱਕ ਪੌਂਚਾ ਕੱਢਣਾ ਹੈ, ਦੂਜਾ ਕਿਹੜਾ ਪਹਿਲਾਂ ਪਾਉਣਾ ਹੈ, ਜੇ ਕੰਘਾ ਕਰਨਾ ਹੈ ਤੇ ਕੇਸ ਕਿੱਥੇ ਰੱਖਣੇ ਨੇ। ਇੱਕ ਬੋਲ ਕੇ ਹਟਦਾ, ਦੂਜਾ ਸ਼ੁਰੂ ਹੋ ਜਾਂਦਾ ਹੈ। ਔਰ ਇਹ ਸਾਰਾ ਕੁਝ ਬੋਲਣ ਤੋਂ ਬਾਅਦ ਫਿਰ ਸਾਡਾ ਸਵਾਲ ਫਿਰ ਉੱਥੇ ਹੀ ਹੁੰਦਾ ਹੈ। ਇਹੋ ਹੀ ਕਾਰਨ ਹੈ ਕਿ ਜਿਹੜੇ ਸਾਡੇ ਸਿੱਖੀ ਦੇ ਮੁੱਖ ਕੇਂਦਰ ਨੇ, ਉੱਥੇ ਇਹ ਗੱਲ ਹੁੰਦੀ ਹੈ ਤੇ ਜਿੰਨੇ ਰੂਹਾਨੀ ਸਤਸੰਗ ਨੇ ਉਹ ਫਿਰ ਘਾਹ ਤੇ ਪਾਰਕਾਂ ਵਿੱਚ ਹੁੰਦੇ ਨੇ, ਉਹ ਫਿਰ ਸੋ ਕਾਲਡ ਮਹਾਪੁਰ ਕਰਦੇ ਨੇ। ਰੂਹਾਨੀ ਸਤਸੰਗ ਬਾਹਰ ਹੁੰਦਾ, ਪੁੱਛੋ ਗੁਰਦੁਆਰੇ 'ਚ ਕੀ ਹੁੰਦਾ? ਗੁਰਦੁਆਰੇ ਦਾ ਸਤਸੰਗ ਰੂਹਾਨੀ ਨਹੀਂ ਹੈ ਕਿ ਇੱਥੇ ਰੂਹਾਨੀਅਤ ਦੀ ਕੋਈ ਗੱਲ ਨਹੀਂ ਹੁੰਦੀ, ਕਿਉਂਕਿ ਉਹਨਾਂ ਨੇ ਇਹ ਗੱਲ ਕਰਨੀ ਨਹੀਂ ਹੁੰਦੀ। ਉਹਨਾਂ ਨੇ ਤੇ ਵੀ ਨਹੀਂ ਕਹਿਣਾ ਹੁੰਦਾ ਅੰਮ੍ਰਿਤ ਛਕੋ, ਉਹ ਤੇ ਕਹਿੰਦੇ ਜੀ ਮਨ ਸਾਫ਼ ਹੋਣਾ ਚਾਹੀਦਾ। ਹੁਣ ਪੁੱਛਣਾ ਚਾਹੀਦਾ ਵੀ ਕਿਹੜੇ ਡਿਟਰਜੈਂਟ ਨਾਲ ਹੋਣਾ ਚਾਹੀਦਾ, ਕਿਹੜੇ ਸੋਡੇ ਨਾਲ ਹੋਣਾ ਚਾਹੀਦਾ, ਕਿਹੜੇ ਸਰਫ ਨਾਲ ਹੋਣਾ ਚਾਹੀਦਾ, ਲਿਕੁਇਡ ਸੋਪ ਨਾਲ ਹੋਣਾ ਚਾਹੀਦਾ, ਦੇਸੀ ਸੋਪ ਨਾਲ ਹੋਣਾ ਚਾਹੀਦਾ, ਕਿ ਕੋਈ ਬਾਹਰ ਦਾ ਕੋਈ ਡਵ ਵਰਗਾ ਸਾਬਣ ਹੋਣਾ ਚਾਹੀਦਾ, ਉਹਦੇ ਨਾਲ ਤੁਹਾਡਾ ਇਹ ਮਨ ਸਾਫ਼ ਹੋਏਗਾ, ਇਹ ਤੁਹਾਡਾ ਦਿਲ ਸਾਫ਼ ਹੋਏਗਾ। ਸੋ ਅੱਜ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ, ਆਪਾਂ ਵਾਪਸ ਆ ਜਾਈਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਵੱਡਾ ਸਤਿਗੁਰੂ ਇਸ ਧਰਤੀ ਤੇ ਕੋਈ ਨਹੀਂ ਹੋਇਆ। ਅਹੰਗ ਬ੍ਰਹਮ ਅਸ਼ਮੀ, ਭਗਵਾਨ ਬੜੇ ਹੋਏ ਨੇ। ਹਰ ਵਿਅਕਤੀ ਨੇ ਕਿਹਾ ਮੈਂ ਹੀ ਰੱਬੀ ਅਵਤਾਰ ਹਾਂ, ਕਈਆਂ ਨੇ ਤੇ ਸਿੱਧਾ ਹੀ ਕਿਹਾ ਵੀ ਮੈਂ ਰੱਬ ਹਾਂ, ਕਈਆਂ ਨੇ ਕਿਹਾ ਨਹੀਂ ਮੈਂ ਰੱਬ ਦਾ ਪੁੱਤਰ ਹਾਂ।
पर जिस घर ਵਿੱਚ ਆਪਾਂ ਬੈਠੇ ਆ ਇੱਥੇ बड़ा स्पष्ट उपदेश है कि जो हमको परमेश्वर उचर है ते सब नरक कुंड में पर है। मैं हूं परम पुरख को दासा, देखण आयो जगत तमाशा। गुरु नानक साहब सब तो वड्डे सतगुरु, जिन्हां दे 10वें जोत जुगत दे अधिकारी सच्चे पातशाह गुरु कलगीधर महाराज दे इस पावन अस्थान तख्त श्री हरमंदर साहब पटना साहब अज आपां हाजरी भर रहे हैं। गुरु नानक साहब की कहते हुंदे सी, कदे उन्होंने कहा भी धागा आया जी, तवीत आया जी, लाचियां आईयां जी, आटा फूका मार के आया लै जाओ जी। वो इको ही बचन कहते सी, मरदानिया बाणी आई है। तो मैं पूछना चाहना भी गई किधर है? साडे कोल ते धागे तवीत ने। तुसीं अज जिहड़े मर्जी नौजवान दे मोढे नूं हथ ला के वेख लिओ, उत्थे धागा बद्धा होएगा। भैणां मेरियां गिट्टे ना बन्नी फिरदियां ने, मैनूं माफ कर देना। भैणां गिट्टे नूं बन्नी फिरदियां ने, वीर मेरे मोढे नूं बन्नी फिरदे ने, ते बाणी किधर गई? जिहड़ी बाणी गुरु नानक साहब लैके आए, जिस बाणी लिए उन्होंने कहा भी ये बाणी जिहड़ी है ये जैसी मैं आवे खसम की बाणी, तैसड़ा करी ज्ञान वे लालो। इस घर विच बाणी दी वडियाई है। बाणी गुरुआं ने उचारी है, बाणी गुरुआं ने संग्रह की है, बाणी दा ही ग्रंथ स्थापित किया, संपादित किया, फिर स्थापित किया। पंजवें पातशाह गुरु अर्जन देव महाराज दे पवित्र जीवन की यात्रा केवल 43 साल है। अज दे समय च एक डॉक्टर नहीं बनता 43 साल तक, ते बन भी जावे ते विआहिया नहीं जाता, पर इत्थे पूरी यात्रा ही 43 साल है। 43 सालां विचों 4 साल सिर्फ गुरु ग्रंथ साहब महाराज नूं संपादित करन ते लगे ने। ऐसा कार्य, इन्नी अहमियत कि 4 साल गुरु अर्जन साहब महाराज घर नहीं गए श्री हरमंदर साहब तो। पुछो भी घर किन्ने मील दूर सी, किन्ने कोस सी? घर भी तो उत्थे ही सी। रामसर साहब रहे, क्योंकि बाणी बहुत कीमती है, बेशकीमती है। इस करके जिन्होंने पता है वो हमेशा एको गल कहते हैं, असी इस बाणी की कीमत नहीं दे सकते। भेटा है, गुरु प्रवान कर ले, मुल कोई नहीं है। ना मुल पाना चाहिए, ना मुल देना चाहिए। मुल पाने वाले भी कमले ने, मुल देण वाले तो उदू वड्डे कमले ने। असी कीर्तन भेटा देने, कीर्तन का मुल नहीं देंदे, कोई दे ही नहीं सकता। जदों गुरु ग्रंथ साहब महाराज का स्वरूप घर लैके आने हो तो वो जिहड़ी मोख भेटा देने तुसीं, पाठी ਸਿੰਘਾਂ ਨੂੰ भेटा देने तुसीं, मुल नहीं देंदे। ना कोई दे सकता है, ना कोई लै सकता है। 10 गुरु साहिबानां दा तुसीं पवित्र जीवन इतिहास पढ़ोगे, तुहानूं इक्को ही गल समझ आएगी कि गुरबाणी नूं संभालण ते, गुरबाणी नूं संपादित करन ते, बाणी नूं स्थापित करन ते फिर तुसीं वेखो कि इन्ने जंगां युद्धां तो बाद गुरु कलगीधर पातशाह दमदमा साहब पहुंचे, फिर की कीता? फिर गुरु ग्रंथ साहब संपूर्ण किया। अज भी उत्थे 5वें तखत ते संपूर्णता दिवस मनाया जाता है। फिर उस तो वड्डी गल
ਦਮਦਮਾ ਸਾਹਿਬ ਤੋਂ ਹਜੂਰ ਸਾਹਿਬ ਜਾਂਦਿਆਂ ਕਿੰਨਾ ਸਮਾਂ ਲੱਗਾ। ਹਜੂਰ ਸਾਹਿਬ ਗਏ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਾਪਤ ਸੀ। ਇਹ ਜ਼ਬਾਨੀ ਜਮਾ ਘਟਾਓ ਨਹੀਂ ਹੋਇਆ। ਉੱਥੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਸਾਨੂੰ ਕਿਹਾ ਕਿ ਗੁਰੂ ਮਾਨਿਓ ਗ੍ਰੰਥ। ਤੇ ਤੁਸੀਂ ਕੀ ਸੋਚਦੇ ਵੀ ਗੁਰੂ ਗ੍ਰੰਥ ਸਾਹਿਬ ਆਪੇ ਹੀ ਪਹੁੰਚ ਗਏ ਉੱਥੇ? ਆਪੇ ਕਿਵੇਂ ਪਹੁੰਚ ਸਕਦੇ ਨੇ? ਲੈ ਕੇ ਜਾਣ ਵਾਲੇ ਨੂੰ ਵੀ ਕੀ ਪਤਾ ਗੁਰੂ ਗ੍ਰੰਥ ਸਾਹਿਬ ਕਿੱਥੇ ਲੈ ਕੇ ਜਾਣਾ ਹੈ? ਗੁਰੂ ਸਾਹਿਬ ਤੇ ਆਪ ਪਹਿਲੀ ਵਾਰੀ ਗਏ ਨੇ ਉੱਥੇ। ਔਰ ਜਦੋਂ ਗਏ ਨੇ ਉਦੋਂ ਉੱਥੇ ਗਏ ਨੇ ਜਿੱਥੇ ਬੰਦਾ ਘਾਟ ਹੈ, ਜਿੱਥੇ ਬਾਬੇ ਬੰਦਾ ਸਿੰਘ ਬਹਾਦਰ ਦਾ ਆਸ਼ਰਮ ਸੀਗਾ, ਜਿੱਥੇ ਅੱਜ ਤਖਤ ਸਾਹਿਬ ਹੈ ਅਬਚਲ ਨਗਰ ਹਜੂਰ ਸਾਹਿਬ। ਸਤਿਗੁਰੂ ਪਹਿਲਾਂ ਉੱਥੇ ਥੋੜਾ ਗਏ ਨੇ। ਪਹਿਲਾਂ ਬੰਦੇ ਬਹਾਦਰ ਦੇ ਮਾਧੋ ਦਾਸ ਬੈਰਾਗੀ ਦੇ ਵਾੜੇ ਵਿੱਚ ਗਏ ਨੇ। ਪਹਿਲਾਂ ਤਾਂ ਉਹਨੂੰ ਬੰਦਾ ਬਣਾਇਆ। ਜਾਂ ਇਉਂ ਵੀ ਕਹਿ ਲਈਏ ਕਿ ਗੁਰੂਆਂ ਨੇ ਸਾਰੀ ਉਮਰ ਸਾਨੂੰ ਬੰਦਾ ਹੀ ਬਣਾਇਆ ਹੈ। ਤਾਂ ਅਸੀਂ ਬੰਦੇ ਬਣਨ ਦੀ ਥਾਂ ਤੇ ਸਿੱਧੇ ਸੰਤ, ਸਾਧੂ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ, ਮਤਲਬ ਆਪਣੇ ਸੰਤ ਦੀ ਆਪ ਹੀ ਖਿਚੜੀ ਕਰ ਦਿੰਦੇ ਆ। ਪੂਰਨ ਸੰਤ ਪੁੱਛੋ, ਜਿਹੜਾ ਪਹਿਲਾ ਸੀ ਉਹ ਅਧੂਰਾ ਸੀ? ਕਦੇ ਸੰਤ ਵੀ ਅਧੂਰਾ ਹੁੰਦਾ ਹੈ? ਇਹ ਪੂਰਨ ਬ੍ਰਹਮ ਗਿਆਨੀ ਨੇ। ਜਿਹੜੇ ਪਹਿਲੇ ਬ੍ਰਹਮ ਗਿਆਨੀ ਉਹਨਾਂ ਦੀ ਖਿਚੜੀ ਕਰਤੀ ਵਿਚਾਰਿਆਂ ਦੀ, ਕਿਉਂਕਿ ਉਹ ਅਧੂਰੇ ਬ੍ਰਹਮ ਗਿਆਨੀ ਸੀ। ਕਦੇ ਹੁੰਦੇ ਨੇ ਇਦਾਂ ਦੇ? ਤਾਂ ਹੀ ਕਹਿੰਦੇ ਨੇ ਨਾ ਵੀ ਮੂਰਖ ਮਿੱਤਰ ਨਾਲੋਂ ਸਿਆਣਾ ਦੁਸ਼ਮਣ ਵੀ ਚੰਗਾ ਹੈ। ਇਹ ਸਾਰੇ ਮੂਰਖ ਮਿੱਤਰ ਨੇ। ਬ੍ਰਹਮ ਗਿਆਨੀ ਦੀ ਪੂਰੀ ਅਸ਼ਟਪਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਸੰਤ ਦੀ ਪੂਰੀ ਅਸ਼ਟਪਦੀ ਹੈ, ਸਾਧੂ ਦੀ ਪੂਰੀ ਅਸ਼ਟਪਦੀ ਹੈ। ਔਰ ਇਹ ਸਾਡੇ ਪੰਥ ਦੀ ਮੈਂ ਸਮਝਦਾ ਵੀ ਇਹ ਬੜੀ ਵੱਡੀ ਪੂੰਜੀ ਹੈ, ਸਰਮਾਇਆ ਹੈ ਕਿ ਇੰਨੀਆਂ ਵੱਡੀਆਂ ਭਜਨ ਬੰਦਗੀ ਵਾਲੀਆਂ ਰੂਹਾਂ ਇਸ ਪੰਥ ਵਿੱਚ ਹੈਗੀਆਂ ਨੇ ਔਰ ਹੋਈਆਂ ਨੇ। ਪਰ ਸੱਚ ਇਹ ਹੈ ਵੀ ਜਿਨ ਹਰ ਪਾਇਓ ਤਿਨੇ ਛੁਪਾਇਓ। ਜਿਹਦੇ ਕੋਲ ਹੈਗਾ ਉਹ ਦੱਸਦਾ ਵੀ ਨਹੀਂ ਤੇ ਥੋਥਾ ਚਣਾ ਬਾਜੇ ਕਣਾ। ਜਿਹਦੇ ਪੱਲੇ ਹੈ ਕੁਛ ਨਹੀਂ ਉਹਦੀ ਡੁਗਡੁਗੀ ਜ਼ਿਆਦਾ ਵੱਜੀ ਜਾਂਦੀ ਹੈ। ਜਿਨ੍ਹਾਂ ਨੇ ਪ੍ਰਮਾਤਮਾ ਦੀ ਕਿਰਪਾ ਨੂੰ ਪਾਇਆ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਦੱਸੋ ਗੂੰਗੇ ਨੇ ਗੁੜ ਖਾਦਾ ਕੀ ਬੋਲੇਗਾ? ਉਹ ਸਿਰ ਹਿਲਾ ਕੇ ਦੱਸ ਸਕਦਾ, ਬੋਲ ਕੇ ਤੇ ਨਹੀਂ ਦੱਸ ਸਕਦਾ। ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਨਾਲ ਜੋੜਿਆ ਹੈ। ਬਾਣੀ ਗੁਰੂ ਹੈ। ਗੁਰੂ ਸਾਡਾ ਬਾਣੀ ਤੋਂ ਬਿਨਾ ਨਾ ਕੋਈ ਹੋਰ ਹੈਗਾ ਨਾ ਕੋਈ ਹੋ ਸਕਦਾ ਹੈ। ਸਿੱਖੋ ਇਸ ਬਾਣੀ ਦੇ ਵਿੱਚ ਸਭ ਕੁਝ ਹੈ। ਹੋ ਸਕਦਾ ਤੁਹਾਡੇ ਜੋ ਕੁਝ ਸੰਗਤ ਮਾਝੇ ਨਾਲ ਸੰਬੰਧਿਤ ਹੋਵੇ। ਉੱਥੇ ਇੱਕ ਜਾਤੀ ਉਹਨੂੰ ਕਹਿੰਦੇ ਨੇ ਭੰਡ। ਉਹ ਸਾਰੇ ਪੰਜਾਬ 'ਚ ਮੈਂ ਨਹੀਂ ਵੇਖੇ, ਪਰ ਉਧਰ ਜਾਓ ਤੁਸੀਂ, ਖੁਸ਼ੀ ਦਾ ਹੋਵੇ ਕੋਈ ਕਾਰਜ, ਕੋਈ ਵਿਆਹ ਸ਼ਾਦੀ ਹੋਵੇ, ਕੋਈ ਉਹਨਾਂ ਨੇ ਮੰਗਣ ਵਾਸਤੇ ਆ ਜਾਣਾ ਹੁੰਦਾ ਹੈ ਤਾਂ ਉਹਨਾਂ ਦਾ ਕੰਮ ਹੁੰਦਾ ਨਕਲਾਂ ਉਤਾਰਨੀਆਂ। ਜਾਂ ਉਹ ਵੀ ਕਹਿ ਲਓ ਜਿਹੜਾ ਸਾਰਿਆਂ ਦੀਆਂ ਨਕਲਾਂ ਉਤਾਰੇ ਉਹਨੂੰ ਘਰ 'ਚ ਵੀ ਲੋਕ ਕਹਿੰਦੇ ਨੇ ਸਾਡੇ ਘਰ 'ਚ ਵੱਡਾ ਭੰਡ ਹੈ। ਸ਼ਾਇਦ ਹੁਣ ਮੇਰੇ ਖਿਆਲ ਛੇਤੀ ਸਮਝ ਆ ਜਾਏਗੀ। ਤੋ ਭੰਡ ਉਤਾਰਦੇ ਸੀ ਨਕਲਾਂ। ਤੋ ਨਕਲ ਉਤਾਰਦਾ ਵਿਆਹ ਦਾ ਸਮਾਂ ਸੀ ਤੇ ਉਹ ਇੱਕ ਭੰਡ ਕਹਿੰਦਾ ਵੀ ਓਏ ਭੰਡਾ, ਤੈਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਚੀਜ਼ ਨਹੀਂ ਹੈਗੀ। ਤੇ ਦੂਜਾ ਭੰਡ ਉਹਨੂੰ ਸਮਝਾਉਂਦਾ ਹੈ ਵੀ ਇਹ ਸਿੱਖਾਂ ਦਾ ਵਿਆਹ ਹੈ ਤੇ ਤੈਨੂੰ ਇਹਨਾਂ ਨੇ ਲੰਮਾ ਪਾ ਕੇ ਕੁੱਟਣਾ ਹੈ ਤੇ ਤੈਨੂੰ ਵਧਾਈ ਕੋਈ ਨਹੀਂ ਮਿਲਣੀ। ਮਤ ਸੋਚੀ ਵੀ ਰੁਪਈਆ ਦੇਣਗੇ। ਤੇ ਤੂੰ ਏਦਾਂ ਕਰ ਵੀ ਗੁਰੂ ਗ੍ਰੰਥ ਸਾਹਿਬ ਦੀ ਨਕਲ ਨਾ ਕਰ ਤੇ ਤੂੰ ਹੋਰ ਨਕਲਾਂ ਕਰ ਲੈ। ਆਪਾਂ ਤੇ ਨਕਲਾਂ ਕਰਕੇ ਰੋਟੀ ਖਾਂਦੇ ਆ। ਉਹ ਕਹਿੰਦਾ ਨਹੀਂ, ਤੈਨੂੰ ਨਹੀਂ ਪਤਾ। ਮੈਂ ਤੈਨੂੰ ਕਿਹਾ ਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਚੀਜ਼ ਨਹੀਂ ਹੈਗੀ। ਉਹ ਕਹਿੰਦਾ ਕੀ? ਕਹਿੰਦਾ ਇਹਦੇ 'ਚ ਝੂਠ ਨਹੀਂ ਹੈਗਾ। ਇਹ ਸੱਚ ਕੀ ਬਾਣੀ। ਨਾਨਕ ਆਖੈ ਸੱਚ ਸੁਣਾਏ ਸੀ, ਸੱਚ ਕੀ ਬੇਲਾ।
ਤੁਹਾਨੂੰ ਪਤਾ ਅੱਜ ਲੋਕ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਘੱਟ ਕਿਉਂ ਲੈ ਕੇ ਜਾਂਦੇ ਨੇ? ਉਹ ਕਹਿੰਦੇ ਬਾਬਾ ਜੀ ਨੂੰ ਲੈ ਚੱਲੋ, ਕਿਉਂਕਿ ਜਿਹੜੇ ਬਾਬਾ ਜੀ ਤੁਹਾਡੀ ਕਾਰ 'ਚ ਬਹਿ ਕੇ ਆਉਣਗੇ, ਤੁਹਾਡਾ ਲਿਫਾਫਾ ਲੈ ਕੇ ਜਾਣਗੇ, ਤੁਹਾਡੇ ਕਾਜੂ ਖਾਣਗੇ, ਉਹ ਕਿਵੇਂ ਕਹਿਣਗੇ ਤੁਹਾਨੂੰ ਕਿ ਤੁਸੀਂ ਦਾੜੀ ਕੱਟੀ ਹੋਈ ਹੈ? ਉਹਨਾਂ ਨਹੀਂ ਕਹਿਣਾ। ਮੇਰੇ ਬੜੇ ਸਤਿਕਾਰਤ ਰਿਸ਼ਤੇ ਵਿੱਚੋਂ ਜਿਨ੍ਹਾਂ ਨੇ ਮੈਨੂੰ ਪੁੱਤਰਾਂ ਵਾਂਗ ਵੀ ਪਾਲਿਆ, ਉਹਨਾਂ ਦੀ ਬੇਟੀ ਦਾ ਵਿਆਹ ਉਦੋਂ ਹੋਟਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਜਾਂਦੇ ਹੁੰਦੇ ਸੀ। ਇਹ ਗੱਲ 32-33 ਸਾਲ ਪੁਰਾਣੀ ਹੈ। ਜਿਹੜੇ ਗੁਰੂ ਕੇ ਗ੍ਰੰਥੀ ਸਾਹਿਬ ਲਾਵਾਂ ਕਰਾਉਣ ਆਏ, ਹੁਣ ਮੈਂ ਉਦੋਂ ਗੁਰਮਤਿ ਪੜ੍ਹਦਾ ਹੁੰਦਾ ਸੀ ਤੇ ਮੈਂ ਜਦੋਂ ਜਾਣਾ ਉਦੋਂ ਹੀ ਕਹਿਣਾ, ਮੈਂ ਕਹਿਣਾ ਜੀ ਹੁਣ ਤੁਸੀਂ ਦਾੜੀ ਨਾ ਕੱਟਿਆ ਕਰੋ, ਕਿਉਂਕਿ ਹੁਣ ਕਿਹੜਾ ਤੁਸੀਂ ਨੌਕਰੀ ਕਰਦੇ ਹੋ, ਨੌਕਰੀ ਤੁਹਾਡੀ ਹੋ ਗਈ ਹੈ। ਤੁਸੀਂ ਯਕੀਨ ਕਰਨਾ, ਉਸ ਭਾਈ ਸਾਹਿਬ ਨੇ 15 ਵਾਰੀ ਉਹਨਾਂ ਨੂੰ ਕਿਹਾ, ਇਹ ਬੜੇ ਗੁਰਮੁਖ ਪਰਿਵਾਰ ਹੈ, ਕੈਪਟਨ ਸਾਹਿਬ ਤੇ ਬਹੁਤ ਹੀ ਗੁਰਮੁਖ ਨੇ। ਵਿਆਹ ਹੋ ਗਿਆ, ਭੈਣ ਦੀ ਡੋਲੀ ਚਲੀ ਗਈ। ਸ਼ਾਮ ਨੂੰ ਅਸੀਂ ਘਰ ਬੈਠੇ ਤੇ ਮੈਨੂੰ ਕਹਿੰਦੇ, ਕਿਉਂ ਕਾਕਾ, ਤੂੰ ਤੇ ਕੱਲ ਦਾ ਜਵਾਕ ਹੈ। ਉਹ ਵੇ ਕਿੱਡਾ ਵੱਡਾ ਬਾਬਾ ਅੱਜ ਮੈਨੂੰ 25 ਵਾਰੀ ਗੁਰਮੁਖ ਕਹਿ ਕੇ ਗਿਆ। ਸਿਰਫ ਲਿਫਾਫੇ ਪਿੱਛੇ ਗਿਆ ਨਾ, ਵੀ ਕਿਤੇ ਜਾਣ ਲੱਗਿਆ ਉਹ ਨਾ ਵੇ ਕਿਤੇ ਭੇਟਾ ਹੀ ਨਾ ਮਿਲੇ ਮੈਨੂੰ। ਪਰ ਜਿਸ ਗੁਰੂ ਗ੍ਰੰਥ ਸਾਹਿਬ ਤੋਂ ਤੁਸੀਂ ਅੱਜ ਪਿੱਛੇ ਜਾ ਰਹੇ ਹੋ, ਇਹ ਉਹ ਗੁਰੂ ਗ੍ਰੰਥ ਸਾਹਿਬ ਹੈ ਕਿ ਤੁਸੀਂ ਘਰ ਬੁਲਾਓ, ਘਰ ਚਰਨ ਪਵਾਓ, ਘਰ ਪ੍ਰਕਾਸ਼ ਕਰੋ, ਘਰ ਮਹਾਰਾਜ ਦਾ ਸਰੂਪ ਲੈ ਕੇ ਆਓ, ਤੇ ਹੋ ਸਕਦਾ ਸ਼੍ਰੀ ਮੁਖ ਵਾਕ ਆ ਜਾਏ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ। ਹੋ ਸਕਦਾ ਕਾਚਾ ਧਨ ਸੰਚੈ ਮੂਰਖ ਗਵਾਰ। ਤੁਸੀਂ ਕਾਰੋਬਾਰ ਲਈ ਲਿਆਂਦਾ ਹੋਵੇ ਤੇ ਬਾਬਾ ਤੁਹਾਨੂੰ ਇਹ ਹੁਕਮਨਾਮਾ ਦੇ ਦੇਵੇ ਅੱਗੋਂ ਵੀ ਇਹ ਤੇ ਮੂਰਖਾਂ ਦਾ ਕੰਮ ਹੈ ਕੱਚਾ ਧਨ ਇਕੱਠਾ ਕਰਨਾ। ਮਨਮੁਖ ਭੂਲੇ ਅੰਧ ਗਵਾਰ। ਇਸੇ ਕਰਕੇ ਅਸੀਂ ਹਟ ਗਏ, ਕਿਉਂਕਿ ਇਹ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਇਹ ਉਹ ਗੁਰੂ ਹੈ ਜਿਹਨੇ ਬਾਬਰ ਨੂੰ ਮੂੰਹ ਤੇ ਜਾਬਰ ਕਿਹਾ ਹੈ, ਤੇ ਅਸੀਂ ਮੂੰਹ ਤੇ ਅਗਲੇ ਨੂੰ ਕਹਿੰਦੇ ਆ, ਭਾਜੀ ਗੁਰਮੁਖੋ ਤੁਹਾਡੇ ਸਵੇਰੇ ਸਵੇਰੇ ਦਰਸ਼ਨ ਹੋ ਗਏ, ਤੇ ਜਦੋਂ ਬੰਦਾ 10 ਕਦਮ ਪਰਾਂ ਚਲਾ ਜਾਏ ਕਹਿੰਦੇ ਦੁਸ਼ਟ ਮੱਥੇ ਲੱਗਾ, ਪਤਾ ਨਹੀਂ ਅੱਜ ਦਾ ਪ੍ਰਸ਼ਾਦਾ ਵੀ ਮਿਲੇਗਾ ਕਿ ਨਹੀਂ ਮਿਲੇਗਾ। ਮੇਰੇ ਖਿਆਲ ਮੁਰਾਦਾਬਾਦੀ ਲੋਟਾ ਵੀ ਏਡੀ ਛੇਤੀ ਨਹੀਂ ਘੁੰਮਦਾ ਜਿੱਡੀ ਛੇਤੀ ਅਸੀਂ ਘੁੰਮਦੇ ਹਾਂ। ਸੱਚੇ ਪਾਤਸ਼ਾਹ ਨੇ ਸਾਨੂੰ ਅੱਜ ਵੀ ਜਿਹੜਾ ਪਾਵਨ ਸ਼੍ਰੀ ਮੁਖ ਵਾਕ ਬਖਸ਼ਿਆ ਹੈ, ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਪਾਵਨ ਮੁਖ ਤੋਂ ਉਚਾਰਨ ਹੋਇਆ ਸ਼ਬਦ ਦਾ ਜਿਹੜਾ ਰਹਾਉ ਦਾ ਬੰਦ ਹੈ, ਜਿੱਥੇ ਮੂਲ ਭਾਵ ਹੈ ਉਹ ਹੈ ਕਿ ਜੇਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀ ਹੈ। ਪਰਮਾਤਮਾ ਇੱਕ ਜੀਭਾ ਨਾਲ ਮੈਂ ਤੇਰੇ ਕਿਹੜੇ ਕਿਹੜੇ ਗੁਣ ਵਰਣਨ ਕਰਾਂ। ਤੇਰੇ ਗੁਣ ਤਾਂ ਸ਼ੇਸ਼ ਨਾਗ ਨਹੀਂ ਵਰਣਨ ਕਰ ਸਕਿਆ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪੁਰਤਪਾਲਕ, ਨਾਇਕ ਖਸਮ ਹਮਾਰੇ। ਤੁਸੀਂ ਦਾਤੇ ਹੋ, ਤੁਸੀਂ ਠਾਕੁਰ ਹੋ, ਤੁਸੀਂ ਪ੍ਰਤਪਾਲਕ ਹੋ, ਤੁਸੀਂ ਮੈਨੂੰ ਦਾਤਾਂ ਦੇਣ ਵਾਲੇ ਹੋ। ਅੱਜ ਇੱਥੇ ਬੈਠੇ ਬੈਠੇ ਜਾਂ ਘਰਾਂ ਵਿੱਚ ਇਸ ਮੀਡੀਆ ਦੇ ਮਾਧਿਅਮ ਦੇ ਰਾਹੀਂ ਤੁਸੀਂ ਸੱਚੇ ਪਾਤਸ਼ਾਹ ਦੇ ਗੁਰਪੁਰਬ ਮਨਾਉਣ ਦੇ ਨਾਲ ਸਮਾਗਮਾਂ ਨਾਲ ਜੁੜੇ ਹੋਏ ਹੋ। ਇੱਕ ਵਾਰੀ ਜ਼ਰੂਰ ਆਪਣੇ ਅੰਦਰ ਚਿੰਤਨ ਕਰਿਓ ਕਿ ਕੀ ਅਸੀਂ ਰੱਬ ਨੂੰ ਮੰਨਦੇ ਹਾਂ ਵੀ ਦਾਤਾ ਤੂੰ ਹੈ। ਤੇ ਮੈਂ ਯਕੀਨ
ਨਾਲ ਕਹਿ ਸਕਦਾ, ਵਿਸ਼ਵਾਸ ਨਾਲ ਕਹਿ ਸਕਦਾ, ਤੁਹਾਡੀ ਕੰਧ ਦੀਆਂ ਸਾਰੀਆਂ ਫੋਟੋ ਥੱਲੇ ਆ ਜਾਣਗੀਆਂ। ਕਿਉਂਕਿ ਜਿਹਦੇ ਘਰ ਜਾਓ ਇੱਕੋ ਹੀ ਗੱਲ ਕਹਿੰਦੇ, ਬਸ ਆ ਬਾਬਾ ਜੀ ਦੀ ਸਾਡੇ ਤੇ ਬੜੀ ਕਿਰਪਾ ਹੈ। ਨਹੀਂ, ਦੁਨੀਆ 'ਚ ਕਿਸੇ ਬਾਬੇ ਦੀ ਕਿਰਪਾ ਕਿਸੇ ਤੇ ਨਹੀਂ ਹੋ ਸਕਦੀ। ਸੱਚੇ ਪਾਤਸ਼ਾਹ ਦੀ ਬਾਣੀ 'ਚ ਲਿਖਿਆ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਹਾਂ, ਇਹ ਤੁਸੀਂ ਕਹਿ ਸਕਦੇ ਹੋ ਕਿ ਇਹ ਬਾਬਾ ਜੀ ਨੇ ਜਿਨ੍ਹਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਉਦੋਂ ਬਾਅਦ ਤੁਸੀਂ ਇਹ ਨਹੀਂ ਕਹੋਗੇ ਬਾਬਾ ਜੀ ਦੀ ਕਿਰਪਾ ਹੈ ਨਾ। ਉਹ ਜਿਹੜਾ ਟਰਾਲੀਆਂ ਤੇ ਵੀ ਲਿਖਿਆ ਨਾ ਬਾਬੇ ਦੀ ਫੁੱਲ ਕਿਰਪਾ, ਉਹ ਬਾਬਾ ਕੋਈ ਹੋਰ ਹੀ ਹੈ, ਉਹ ਅਕਾਲ ਪੁਰਖ ਨਹੀਂ ਹੈ, ਉਹ ਵਾਹਿਗੁਰੂ ਨਹੀਂ ਹੈ। ਉਹ ਨਹੀਂ ਜਿਹਦਾ ਜ਼ਿਕਰ ਅੱਜ ਸਤਿਗੁਰੂ ਪਾਵਨ ਸ਼੍ਰੀ ਮੁਖ ਵਾਕ ਵਿੱਚ ਕਰਦੇ ਨੇ। ਮੈਂ ਫਿਰ ਬੇਨਤੀ ਕਰਾਂ, ਸਾਡੇ ਪੰਥ ਵਿੱਚ ਸਾਧੂ ਸੰਤ ਬ੍ਰਹਮ ਗਿਆਨੀ, ਅਗਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸ਼ਬਦ ਔਰ ਅਸ਼ਟਪਦੀਆਂ ਸ਼ਲੋਕ ਦਰਜ ਨੇ, ਇਹਦਾ ਅਰਥ ਹੈ ਕਿ ਇੰਨੀ ਕਮਾਈ ਵਾਲੀਆਂ ਰੂਹਾਂ ਹੈਗੀਆਂ ਨੇ, ਹੋਈਆਂ ਨੇ। ਬਸ ਉਹਨਾਂ ਨੂੰ ਆਪਣੇ ਮੂਰਖ ਮਿੱਤਰਾਂ ਤੋਂ ਬਚਣ ਦੀ ਲੋੜ ਹੈ। ਉਹਨਾਂ ਦੇ ਕੋਲ ਮੂਰਖ ਮਿੱਤਰ ਇਕੱਠੇ ਹੋ ਗਏ। ਸਾਡੇ ਬਾਬਾ ਜੀ ਤੇ ਪੂਰਨ ਬਾਬਾ ਜੀ ਨੇ, ਪੁੱਛੋ ਵੀ ਅਧੂਰੇ ਬਾਬਾ ਜੀ ਵੀ ਹੁੰਦੇ ਨੇ। ਸਾਡੇ ਤਾਂ ਜਿਹੜੇ ਬਾਬਾ ਜੀ ਨੇ ਪੂਰਨ ਬ੍ਰਹਮ ਗਿਆਨੀ ਨੇ, ਪੁੱਛੋ ਵੀ ਅਧੂਰੇ ਬ੍ਰਹਮ ਗਿਆਨੀ ਵੀ ਹੁੰਦੇ ਨੇ। ਪਤਾ ਆਪਾਂ ਕਿਵੇਂ ਬੇਇੱਜ਼ਤੀ ਕਰਾਉਂਦੇ ਆ, ਇਹ ਉਹਨਾਂ ਮਹਾਂਪੁਰਖਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਹੁਣ ਕਿਸੇ ਬੰਦੇ ਨੂੰ ਮੇਰਾ ਬੇਟਾ ਮਿਲਿਆ, ਹੁਣ ਉਹ ਬੰਦਾ ਆ ਕੇ ਮੈਨੂੰ ਪਤਾ ਕੀ ਕਹਿੰਦਾ ਹੈ, ਗਿਆਨੀ ਜੀ ਤੁਹਾਡਾ ਬੇਟਾ ਤੇ ਬੜਾ ਹੀ ਚੰਗਾ ਹੈ। ਪੁੱਛੋ ਵੀ ਮੈਨੂੰ ਕਿਹੜੇ ਕੀੜੇ ਪਏ ਨੇ ਵੀ ਹੈ? ਮਤਲਬ ਕੀਤੀ ਕਿ ਨਹੀਂ ਬੇਇੱਜ਼ਤੀ ਉਹਨੇ ਮੇਰੇ ਮੂੰਹ ਤੇ। ਹੁਣ ਮੈਂ ਕਿਸੇ ਦੇ ਘਰ ਗਿਆ, ਅਗਲਿਆਂ ਨੇ ਦਰਵਾਜ਼ਾ ਖੋਲ੍ਹਿਆ, ਭਾਈ ਸਾਹਿਬ ਭੈਣ ਜੀ ਵੀ ਆਏ ਨੇ, ਵੀ ਪਹਿਲਾਂ ਮੈਨੂੰ ਤੇ ਜੀ ਆਇਆ ਕਹਿ ਲਓ ਹੈ। ਜਿਹੜਾ ਆਇਆ ਉਹਨੂੰ ਤੇ ਫੇਟੇ ਮੂੰਹ ਵੀ ਨਹੀਂ ਕਿਹਾ ਤੁਸੀਂ। ਅਸੀਂ ਇਦਾਂ ਬੇਇੱਜ਼ਤੀ ਕਰਾਉਂਦੇ ਆ ਆਪਣੀ ਮੂਰਖ ਮਿੱਤਰਾਂ ਕੋਲੋਂ। ਕਹਿਣਾ ਇਹ ਚਾਹੀਦਾ ਹੈ, ਭਾਈ ਸਾਹਿਬ ਤੁਹਾਡਾ ਬੇਟਾ ਮਿਲਿਆ ਬਿਲਕੁਲ ਤੁਹਾਡੇ ਵਰਗਾ, ਫਿਰ ਵੀ ਇੱਜ਼ਤ ਬਚ ਗਈ ਥੋੜੀ ਬਹੁਤੀ। ਤੁਹਾਡਾ ਬੇਟਾ ਬੜਾ ਚੰਗਾ ਹੈ, ਇਹਦਾ ਮਤਲਬ ਤੂੰ ਠੀਕ ਨਹੀਂ ਹੈ, ਕਰਾ ਲਓ ਇੱਜ਼ਤ ਇਹਨਾਂ ਤੋਂ। ਇਹ ਮੂਰਖ ਮਿੱਤਰ ਨੇ ਤੁਹਾਡੇ। ਕਦੇ ਨਹੀਂ ਕਹੋਗੇ ਤੁਸੀਂ ਕਿ ਸਾਡੇ ਘਰ ਤੇ ਇਹਨਾਂ ਦੀ ਕਿਰਪਾ ਹੈ, ਇਸ ਬਾਬਾ ਜੀ ਦੀ ਨਾ। ਹਾਂ, ਤੁਸੀਂ ਇਹ ਕਹੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਵਾਲੇ ਇਹ ਮਹਾਂਪੁਰਖ ਨੇ, ਇਹਨਾਂ ਨੇ ਪ੍ਰੇਰਣਾ ਕੀਤੀ, ਸਾਡੇ ਘਰ ਵਿੱਚ ਸਿੱਖੀ ਆਈ। ਤੇ ਤੁਹਾਨੂੰ ਪਤਾ ਹੈ ਉਸ ਮਹਾਂਪੁਰਖ ਦਾ ਕਿੰਨਾ ਸਨਮਾਨ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਕੌਣ ਕਹਿੰਦਾ ਹੈ? ਗੁਰੂ ਰਾਮਦਾਸ ਕਹਿੰਦੇ ਨੇ, ਜਿਹਦੇ ਦਰ ਤੇ ਜਾ ਕੇ ਤੁਸੀਂ ਕਹਿੰਦੇ ਹੋ ਕਿ ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਉਹ ਗੁਰੂ ਰਾਮਦਾਸ ਕਹਿੰਦੇ ਮੈਂ ਤੇਰੇ ਚਰਨਾਂ ਦੀ ਧੂੜੀ ਮੰਗਾ, ਜੇ ਤੂੰ ਆਪ ਜਪੇ ਤੇ ਦੂਜਿਆਂ ਨੂੰ ਜਪਾਵੇਂ। ਫਰਕ ਥੋੜਾ ਹੀ ਹੈ, ਫਰਕ ਇੰਨਾ ਹੀ ਹੈ ਕਿ ਫਿਰ ਲੋਕ ਇਹ ਨਹੀਂ ਕਹਿਣਗੇ ਤੁਹਾਡੀ ਕਿਰਪਾ ਹੈ, ਲੋਕ ਇਹ ਕਹਿਣਗੇ ਕਿ ਇਹਨਾਂ ਦੀ ਪ੍ਰੇਰਣਾ ਹੈ। ਰਸਤਾ ਇਹਨਾਂ ਨੇ ਦੱਸਿਆ ਸਾਨੂੰ। ਤੁਮ ਦਾਤੇ, ਵਾਹਿਗੁਰੂ ਜੀ ਕੌਣ ਕਹਿ ਰਿਹਾ ਹੈ? ਗੁਰੂ ਅਰਜਨ ਸਾਹਿਬ ਕਹਿ ਰਹੇ ਨੇ। ਪਰ ਸਾਡੀ ਗਲਤੀ ਕੀ ਹੈ? ਅੱਜ ਜਿੰਨੀ ਸ਼ਬਦਾਂ ਦੀ ਰਿਕਾਰਡਿੰਗ ਹੋਈ ਹੈ, ਤੁਸੀਂ ਸ਼ਬਦ ਗੁਰੂ ਕੇ ਕੀਰਤਨੀਆਂ ਨਾਲ ਜੋੜ ਦਿੱਤੇ। ਹੁਣ ਸ਼ਬਦ ਪੜ੍ਹਦੇ ਹੁੰਦੇ ਸੀ ਭਾਈ ਬਖਸ਼ੀਸ਼ ਸਿੰਘ ਹੋਰੀ, ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ। ਭਾਈ ਸੁਰਿੰਦਰ ਸਿੰਘ ਹੋਰੀ ਸ਼ਬਦ ਪੜ੍ਹਦੇ ਹੁੰਦੇ ਸੀ 1984 ਤੋਂ ਬਾਅਦ, ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੇ।
मैं इन्हां कन्नां नाल अनाउंसमेंट सुनी मूर्ख मित्रा दी, बैठो बैठो साध संगत जी, कुत्ते वाला रागी भी आ गया। वो जिवें अजकल मंत्री आवे ना, कहते पशु मंत्री भी आया, साध संगत जी बैठो बैठो बैठो। वो पशु पालन मंत्री है बेचारा, पशु मंत्री नहीं है। पर मूर्ख मित्र ने साडे इन्नी वडियाई करते हैं भी कमाल कर छड्डदे ने। गुरबाणी नूं पढ़ के, गुरबाणी नूं गा के, अज जिन्ने मेरे वर्गे नाम तरीक सिख ने, वो गुरबाणी का नाम लैके भी सिक्खी का प्रचार करते हैं। बाहरले मुल्कां नूं जहाज दे उत्ते ना सीधे बह के जाते हैं। जदों तुसीं सुनोगे ना कि लोग अफ्रीका के जंगलों चों लंघ के जाते हैं, फिर तुसीं हिसाब लाओ भी एक शब्द का सहारा लैके सिर्फ इको गल अंबैसी च कही है कि असीं गुरबाणी का कीर्तन करते हैं, असीं गुरबाणी की कथा करते हैं, असीं गुरबाणी का पाठ करते हैं। वो नहीं कहते जाओ अफ्रीका के जंगलों चों लंघो, वो कहते आओ स्टैंप असीं ला के देने, जाओ सानू R1 भी मिलता है। ये बाहरी करामात है शब्द की। वो मुल वो बाणी नूं पैसे लैके पढ़ते ने, भेटा लैके गाउंदे ने। ये तो गल्लां सारियां जे पिछे ने ना, सिर्फ एक नाम वरत्या उन्होंने कि असीं गुरु के कीर्तनीय है। अंबैसी ने कहा वो तुहानूं सीधी मोहर देने, कनेडा वाले तो पैसे नहीं लेंदे साडे कोलों। ये शब्द की करामात है। शब्द नाल आपां जुड़ीए, हर बाणी पढ़न वाले का सन्मान करिए, ते जिहड़ा व्यक्ति गुरु ग्रंथ साहब नाल जोड़दा है साडे लई वो सत्कारयोग है। हर व्यक्ति का सन्मान करना साडा फर्ज है। पर सच्चे पातशाह जी की बाणी के सिद्धांत नूं अपने जीवन में वसाइए। अज भी सतगुरु पिता जी उपदेश करते हैं, तुम दाते तुसी दाते हो, दद्दा दाता एक है, अगे की है दूसर ना है ही नहीं, कोई दूजा दाता ही कोई नहीं है। दूजा रब है ही नहीं धरती ते। फिर ठाकुर भी तुसी हो, प्रतिपालक भी तुसी हो, साडे गार्डियन तुसी हो, साडी परवरिश करन वाले तुसी हो, नायक साडे आगू भी तुसी हो। सारी दुनिया का नायक है गुरु कलगीधर पिता, जिन्हें जर जोरू ते जमीन की खातर जंग नहीं लड़े, बस हिंद में एक तीर्थ है यात्रा के लिए, जहां बाप ने बच्चे कटाए खुदा के लिए। ऐसा नायक मिलेगा तुहानू? जिन्हें दुनिया के आगू होए ने, उन्हां दी जीवनी नूं पढ़ के वेखो, फिर समझ आएगी कि बहुते खलनायक होए ने, नायक नहीं होए। गुरु कलगीधर पिता महाराज साडे नायक ने। गुरु अर्जन साहब कहते परमात्मा जी तुसी मेरे नायक हो, खसम हमारे, साडे मालक भी तुसी हो। हाँ जी। निमक निमक तुम्हें प्रतिपालो, हम बारक तुमरे तारे। एक एक क्षण मात्र समा तुसी साडी प्रतिपालना करदे हो। वेखो जेडे सो कालड़ गुरु ने, वो 2-4-6 महीनों बाद किरपा करते हैं। जिहड़े तुहाडे असल गार्डियन ने, तुहाडे माँ बाप, वो सवेरे तुहानूं दुध दे देंदे ने, मुड़ के 7-8 बजे परौंठे बना के नाश्ता दे देंदे ने। दोपहरे लंच हो गया, रात नूं डिनर हो गया, दोपहर का प्रशादा हो गया, रात की रोटी हो गई। नहीं पता जिउंदे रहन वास्ते की चाहिए? हम आदमी हाँ एकदम ही, कि बंदा दोपहर की रोटी तक जिउंदा रह सकता है जे साह ना आवे तां। निमक निमक तुम ही प्रतिपालो। आ जिहड़ा कोरोना लंघिया है ना, इन्हें सानू उस सिद्धांत के अर्थ दसे ने कि साह की कीमत है।
ਜਦੋਂ 1.5 ਲੱਖ ਦਾ ਆਕਸੀਜਨ ਦਾ ਸਿਲੰਡਰ ਵਿਕਿਆ ਫਿਰ ਪਤਾ ਲੱਗਾ ਵੀ ਸਾਹ ਕੀ ਹੈ। ਸਾਨੂੰ ਨਹੀਂ ਸੀ ਪਤਾ ਵੀ ਸਾਹ ਦੀ ਵੀ ਕੋਈ ਕੀਮਤ ਹੁੰਦੀ ਹੈ, ਹਵਾ ਦਾ ਵੀ ਕੋਈ ਮੁੱਲ ਹੁੰਦਾ ਹੈ। ਇਹ ਸਾਰਾ ਕੁਝ ਹੋਣ ਤੋਂ ਬਾਅਦ ਇੱਕ ਸੱਜਣ ਕਹਿਣ ਲੱਗਾ ਜੀ ਮੈਂ ਆਕਸੀਜਨ ਪਲਾਂਟ ਲਾਉਣਾ ਹੈ, ਤੇ ਕਿਸੇ ਨੇ ਉਹਨੂੰ ਸਮਝਾਇਆ ਉਹ ਨਾ ਲਾਵੀਂ, ਇਹ ਕਰੋਨੇ 'ਚ ਹੀ ਵਿਕਿਆ ਹੀ, ਨਹੀਂ ਤਾਂ 300-400 ਦਾ ਸਿਲੰਡਰ ਕੋਈ ਨਹੀਂ ਖਰੀਦਦਾ, ਕਿਉਂਕਿ ਹਵਾ ਸਾਹ ਰੱਬ ਨੇ ਸਭ ਨੂੰ ਫ੍ਰੀ ਦਿੱਤਾ ਹੋਇਆ ਹੈ। ਜਿਹੜੀ ਪ੍ਰਤਪਾਲਣਾ ਹੈ ਤੁਹਾਡੀ ਉਹ ਇੱਕ ਇੱਕ ਛਿਣ ਹੈ। ਹਰ ਜਪਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੇ ਰਾਮ। ਹੁਣ ਸਮਝ ਆਈ, ਉਹ ਨਿਮਕ ਨਿਮਕ ਪ੍ਰਤਪਾਲਦਾ ਹੈ। ਜਿਹੜੇ ਤੁਹਾਡੇ ਗਾਰਡੀਅਨ ਨੇ ਸਵੇਰੇ ਦੁੱਧ ਦਿੰਦੇ ਨੇ, ਫਿਰ ਨਾਸ਼ਤਾ ਦਿੰਦੇ ਨੇ, ਫਿਰ ਦੁਪਹਿਰ ਦੀ ਰੋਟੀ ਦਿੰਦੇ ਨੇ, ਰਾਤ ਨੂੰ ਫਿਰ ਖਾਣਾ ਦਿੰਦੇ ਨੇ, ਫਿਰ ਸੌਣ ਲੱਗਿਆ ਦੁੱਧ ਦੇ ਦੇਣਗੇ, ਨਾਲ ਕੋਈ ਪਿੰਨੀ ਪੁੰਨੀ ਦੇ ਦੇਣਗੇ। ਪਰ ਜੇ ਸਾਹ ਨਾ ਆਇਆ ਤੇ ਪਤਾ ਨਹੀਂ ਕਦੋਂ ਭੋਗ ਪੈ ਜੇ। ਤੇ ਫਿਰ ਸਿੱਖ ਧਰਮ ਦਾ ਤੇ ਵਿਸ਼ਵਾਸ ਹੀ ਬਹੁਤ ਵੱਡਾ। ਉਹ ਤੇ ਜਦੋਂ ਅਰਦਾਸ ਕਰਦੇ ਉਦੋਂ ਹੀ ਕਹਿੰਦੇ ਨੇ ਮਹਾਰਾਜ ਜਿਹੜਾ ਅੰਨ ਪਾਣੀ ਇਹ ਤੇ ਤੁਹਾਡਾ ਹੈ। ਆਪ ਅਰਦਾਸ ਹੀ ਕਰਦੇ ਨੇ ਵੀ ਰਸਤਾ ਬਸਤਾ ਤੁਸੀਂ ਦਰਗਾਹੋਂ ਭੇਜੀਆਂ ਨੇ, ਇਹ ਪਦਾਰਥ ਵੀ ਉਹਦੇ ਨੇ। ਇਹ ਪਦਾਰਥ ਵੀ ਉਹਦੇ ਨੇ, ਪਰ ਸਾਡੇ ਜਿਉਂਦੇ ਰਹਿਣ ਵਾਸਤੇ ਸਵੇਰ ਦੁਪਹਿਰ ਸ਼ਾਮ ਦੀ ਰੋਟੀ ਨਹੀਂ, ਉਸ ਤੋਂ ਪਹਿਲਾਂ ਸਾਨੂੰ ਹਰ ਛਿਣ ਸਾਹ ਚਾਹੀਦਾ ਹੈ। ਕੀ ਆਪ ਜੀ ਨੂੰ ਪਤਾ ਹੈ ਅਗਰ ਹਾਰਟ ਨੂੰ ਸਾਹ ਨਾ ਮਿਲੇ, ਦਿਲ ਨੂੰ ਕਈ ਵਾਰੀ ਹਾਰਟ ਫੇਲ ਹੋ ਜਾਂਦਾ ਹੈ, ਸਾਹ ਬੰਦ ਹੋ ਜਾਂਦਾ ਹੈ। ਕਈ ਵਾਰੀ ਅਸੀਂ ਕਹਿੰਦੇ ਬੰਦਾ ਮਰ ਗਿਆ ਹੈ, ਡਾਕਟਰ ਫਿਰ ਉਹਨੂੰ ਦਬਾਉਂਦੇ ਨੇ, ਕਰੰਟ ਵੀ ਲਾਉਂਦੇ ਨੇ, ਮੂੰਹ ਦੇ ਉੱਤੇ ਮੂੰਹ ਰੱਖ ਕੇ ਸਾਹ ਦੇਣ ਦੀ ਕੋਸ਼ਿਸ਼ ਕਰਦੇ ਨੇ, ਬੰਦਾ ਫਿਰ ਚੱਲ ਪੈਂਦਾ ਹੈ। ਤੁਹਾਨੂੰ ਪਤਾ ਤੁਹਾਡੇ ਬ੍ਰੇਨ ਨੂੰ ਵੀ ਸਾਹ ਚਾਹੀਦਾ ਹੈ। ਜਦੋਂ ਦਿਮਾਗ ਦੀ ਆਕਸੀਜਨ ਰੁਕਦੀ ਹੈ ਉਦੋਂ ਬੰਦਾ ਕੋਮਾ 'ਚ ਚਲਾ ਜਾਂਦਾ ਹੈ। ਪਤਾ ਆਪ ਜੀ ਨੂੰ? ਸਾਨੂੰ ਅਜੇ ਦਿਲ ਦੇ ਸਾਹ ਦੀ ਕੀਮਤ ਪਤਾ ਹੈ, ਜਿਹੜਾ ਦਿਮਾਗ ਨੂੰ ਆਕਸੀਜਨ ਜਾਂਦੀ ਉਹਦਾ ਪਤਾ ਹੀ ਨਹੀਂ ਅਜੇ। ਅਜੇ ਹਾਰਟ ਨੂੰ ਸਾਹ ਘੱਟ ਆਇਆ ਜਾਂ ਕਮਜ਼ੋਰ ਹੋ ਗਿਆ, ਉਹਦੀਆਂ ਗੱਲਾਂ ਅਸੀਂ ਬੜੀਆਂ ਸੁਣਦੇ ਹਾਂ, ਇਹਦਾ ਹਾਰਟ ਘੱਟ ਕੰਮ ਕਰਦਾ ਹੈ ਜੀ। ਪਰ ਜਦੋਂ ਦਿਮਾਗ ਦੀ ਆਕਸੀਜਨ ਰੁਕਦੀ ਹੈ ਨਾ, ਇੱਕ ਛਿਣ ਮਾਤਰ, ਸੈਕਿੰਡ ਮਾਤਰ, ਡਾਕਟਰ ਕਹਿੰਦਾ ਹੁਣ ਇਹਦਾ ਕੋਈ ਇਲਾਜ ਨਹੀਂ ਹੈਗਾ। ਫਿਰ ਸਾਲੋਂ ਸਾਲ ਬੰਦਾ ਕੋਮਾ 'ਚ ਪਿਆ ਰਹਿੰਦਾ ਹੈ। ਪਰਮਾਤਮਾ ਤੂੰ ਹੈ ਜਿਹੜਾ ਮੈਨੂੰ ਇੱਕ ਇੱਕ ਨਿਮਕ ਪ੍ਰਤਪਾਲਦਾ ਹੈ। ਹਮ ਬਾਰਕ ਤੁਮਰੇ ਤਾਰੇ, ਤੁਸੀਂ ਸਾਨੂੰ ਆਪਣੇ ਬੱਚੇ ਬਣਾਇਆ ਹੋਇਆ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਹਾਂਜੀ, ਜਿਹਵਾ ਏਕ ਕਵਨ ਗੁਣ ਕਹੀਐ। ਇੱਕ ਜੀਵਾ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਕਵਾਂ। ਬੜੀ ਛੋਟੀ ਹੈ, ਸਾਨੂੰ ਲੱਗਦਾ ਵੀ ਜ਼ਬਾਨ ਗਿੱਠ ਲੰਮੀ ਹੁੰਦੀ, ਪਰ ਜਦੋਂ ਮਾੜਾ ਬੋਲੇ ਉਦੋਂ ਲੱਗਦਾ ਹੈ ਮੇਰੀ ਤੇ ਗਿੱਠ ਲੰਮੀ ਜ਼ਬਾਨ ਹੈ। ਕਦੇ ਚੰਗਾ ਬੋਲਣ ਵਾਲੇ ਪ੍ਰੋਫੈਸਰ ਨੂੰ ਕਿਹਾ ਤੁਸੀਂ ਤੇਰੀ ਗਿੱਠ ਲੰਮੀ ਜ਼ਬਾਨ ਹੈ? ਜਿਹੜੀ ਮਾਈ ਵਿਹੜੇ 'ਚ ਗਾਲਾਂ ਕੱਢੇ ਖਲੋ ਕੇ ਉਹਨੂੰ ਕਹਿੰਦੇ ਆ ਇਹ ਬੁੱਢੀ ਦੀ ਗਿੱਠ ਲੰਮੀ ਜ਼ਬਾਨ ਹੈ। ਪ੍ਰੋਫੈਸਰ ਨੂੰ ਕਦੇ ਕਿਸੇ ਨੇ ਨਹੀਂ ਕਿਹਾ, ਡਾਕਟਰ ਨੂੰ ਕਦੇ ਕਿਸੇ ਨੇ ਨਹੀਂ ਕਿਹਾ, ਜੱਜ ਨੂੰ ਕਿਸੇ ਨੇ ਨਹੀਂ ਕਿਹਾ, ਵਕੀਲ ਨੂੰ ਕਿਸੇ ਨੇ ਨਹੀਂ ਕਿਹਾ, ਚੰਗੀ ਗੱਲ ਕਰਨ ਵਾਲੇ ਨੂੰ ਕਿਸੇ ਨੂੰ ਨਹੀਂ ਕਿਹਾ ਵੀ ਇਹਦੀ ਜ਼ੁਬਾਨ ਵੱਡੀ ਹੈ, ਲੰਬੀ ਹੈ। ਬੁਰਾ ਬੋਲਣ ਵਾਲੇ ਲਈ ਅਸੀਂ ਇਹੋ ਜਿਹੇ ਸ਼ਬਦ ਵਰਤਦੇ ਹਾਂ। ਜ਼ਬਾਨ ਸੱਚੀ ਮੁੱਚੀ ਸਾਡੀ ਬਹੁਤ ਛੋਟੀ ਹੈ। ਰੱਬ ਦੇ ਗੁਣ ਇੰਨੇ ਨੇ, ਇੰਨੇ ਗੁਣ ਨੇ, ਇਹ ਛੋਟੀ ਜੀ ਜੀਭਾਂ ਨਾਲ ਉਸ ਰੱਬ ਦੇ ਗੁਣ ਗਾਏ ਨਹੀਂ ਜਾ ਸਕਦੇ। ਹਾਂਜੀ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਤੂੰ ਬੇਸ਼ੁਮਾਰ ਹੈ, ਤੂੰ ਬੇਅੰਤ ਹੈ, ਤੂੰ ਸੁਆਮੀ ਹੈ, ਤੂੰ ਮਾਲਕ ਹੈ। ਤੇਰਾ ਅੰਤ ਕੋਈ ਨਹੀਂ ਪਾ ਸਕਦਾ, ਤੇਰਾ ਸ਼ੁਮਾਰ ਕੋਈ ਨਹੀਂ ਜਾਣ ਸਕਦਾ, ਤੇਰਾ ਅੰਤ ਕਿਸੇ ਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਇਆ। ਜਿਹੜਾ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਉਹਦੇ 'ਚ ਲਿਖਿਆ ਹੋਇਆ ਹੈ, ਪੂਰੀ ਇੱਕ ਪੌੜੀ ਹੈ, ਅੰਤ ਨਾ ਜਾਪੈ ਕਿਆ ਮਨ ਮੰਤ।
ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਪੂਰੀ ਅੰਤ ਦੀ ਇੱਕ ਪੌੜੀ ਹੈ, ਨਹੀਂ ਕਿਸੇ ਕੋਲ ਅੰਤ ਨਹੀਂ ਹੈ। ਇਹਦਾ ਪ੍ਰਮਾਣ ਪਤਾ ਕੀ, ਇਹ ਵੀ ਕਰੋਨੇ ਨਹੀਂ ਦਿੱਤਾ ਹੈ। ਜੇ ਸਾਇੰਟਿਸਟ ਕੋਲ ਹੁੰਦਾ ਤੇ ਉਹਨੇ ਦੱਸ ਦੇਣਾ ਸੀ, ਜੇ ਜੋਤਸ਼ੀ ਕੋਲ ਹੁੰਦਾ ਤੇ ਉਹਨੇ ਦੱਸ ਦੇਣਾ ਸੀ। ਉਹ ਜਿਹੜੇ ਹਰ ਮਹੱਲੇ ਵਿੱਚ ਚੌਂਕੀ ਲਾਉਂਦੇ ਨੇ, ਵੀਰਵਾਰ ਦੀ, ਮੰਗਲਵਾਰ ਦੀ, ਸ਼ਨੀਵਾਰ ਦੀ, ਉਹਨਾਂ ਵੀ ਦੱਸ ਦੇਣਾ ਸੀ ਤੁਹਾਨੂੰ। ਜਦੋਂ ਤੁਸੀਂ ਥੋੜੇ ਜਿਹੇ ਦਾਣੇ ਪਾਉਂਦੇ ਹੋ ਤਾਂ ਦੱਸਦੇ ਨੇ ਨਾ। ਉਹਨਾਂ ਦੱਸਿਆ ਵੀ ਕਰੋਨਾ ਆਏਗਾ, ਚਲੋ ਨਹੀਂ ਦੱਸਿਆ। ਉਹਨਾਂ ਨੇ ਜੀ ਚੁੱਪੰ ਗੁੜੁਪੰ ਗਰਦੋ ਉਰਦੁੰਗ ਸੁਆਹਾ ਕਰ ਲਿਆ। ਤੁਹਾਨੂੰ ਅਗਲੀ ਗੱਲ ਪਤਾ, ਉਹਨਾਂ ਨੇ ਮੁੜ ਕੇ ਬੂਹਾ ਬੰਦ ਕਰ ਲਿਆ ਵੀ ਕੋਈ ਪੁੱਛਣ ਵੀ ਨਾ ਆਵੇ। ਚਲੋ ਨਹੀਂ ਦੱਸਿਆ ਇਹ ਤੇ ਚਲੋ ਹੋ ਗਿਆ ਵੀ ਬਾਬਾ ਗੋਲਮੋਲ ਹੋ ਗਿਆ। ਮੁੜ ਕੇ ਬੂਹਾ ਬੰਦ ਕਰ ਲਿਆ, ਪੁੱਛਣ ਕੋਈ ਨਾ ਆਵੇ। ਕਿਉਂਕਿ ਜਦੋਂ ਸੋਸ਼ਲ ਡਿਸਟੈਂਸ ਦੀ ਗੱਲ ਆਈ ਤਾਂ ਉਹਨਾਂ ਕਿਹਾ ਵੀ ਕੋਈ ਹੱਥ ਵੀ ਨਾ ਵਿਖਾਵੇ। ਤਾਂ ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਸੁਣਾਉਣਾ। ਅਸੀਂ ਜਦੋਂ ਸੇਵਾ ਤੋਂ ਵਾਪਸ ਆਉਂਦੇ ਆ ਨਾ ਗ੍ਰੰਥੀ ਸਾਹਿਬ, ਤੇ ਅਮੂਮਨ ਸੰਗਤ ਪਿਆਰ ਕਰਦੀ ਆ ਜਾਂਦੀ ਹੈ ਕਮਰੇ 'ਚ, ਤੇ ਉਹਨਾਂ ਨੂੰ ਆਦਤ ਹੁੰਦੀ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਤਕਰੀਬਨ 1.5 ਸਾਲ ਹੋ ਗਿਆ ਮੈਨੂੰ ਇਹ ਪਾਠ ਕਰਦੇ ਆ ਵੀ ਨਾ 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 ਨਹੀਂ ਹੱਥ ਨਹੀਂ ਲਾਉਣਾ। ਉਹ ਕਹਿੰਦੇ ਜੀ ਕਿਉਂ? मैं क्या आजकल बाबा लोग बड़ा खतरे में है। मैनू खिमा करना, थोड़ी जी हिंदी बोलने लगा, तो गल छेती समझ आएगी। आजकल बाबा लोग की गद्दी बड़ा खतरे में है। कहते क्यों? मैं क्या जे कोई मत्था नहीं टेकता तो बाबे की गद्दी जाती है, तो जे कोई हथ लाउंदा मत्था टेक तो बाबा आप जाता है। बाबे की गद्दी बड़ी खतरे च है। जे बाबे नूं कोई मत्था ना टेके तो बाबे की गद्दी गई, तो जे किसी ने हथ ला के टेकता तो बाबा ही गया। बाबा बहुत खतरे च है। इस करके मैं बाबियां नूं भी कहां भी ना ही मथे टिकाओ, चंगे रहोगे। गद्दी गद्दी बचे ना बचे, आप बच जाओ, तुहाडा अपना काम ही खतरे च ही है। हाँ जी। रहाओ कोट पुराद हमारे खंडो, अनक विधि समझावो। हे सतगुरु, तुसी करोड़ां अपराध साडे खंडन करदे हो। खंड दा अर्थ हुंदा टुकड़ा, निक्का निक्का कर देना। कोट अपराध हमारे खंडो, अनक विधि समझावो। तुसी साडे अपराध कट दिंदे हो, एक नहीं, दो नहीं, तीन नहीं, अनेकां तरीकिਆਂ ਦੇ ਨਾਲ। फिर तुसी साडा मार्ग दर्शन भी करते हो, फिर तुसी सानू समझाउने हो। सिंह साहब ਗਿਆਨੀ ਰਣਜੀਤ ਸਿੰਘ ਜੀ, ਗੋਹਰੇ ਮਸ਼ਕੀਨ ਜਥੇਦਾਰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ, ਉਹ ਆਪਣੀ ਸੇਵਾ ਦੇ ਵਿੱਚ ਆਏ ਨੇ। ਮੈਂ ਜੀ ਆਇਆ ਕਹਿਣਾ। ਸੱਚੇ ਪਾਤਸ਼ਾਹ ਮਹਾਰਾਜ ਦੀ ਵਡਿਆਈ ਦੇ ਵਿੱਚ ਗੁਰੂ ਪੰਜਵੇਂ ਪਿਤਾ ਜੀ ਦਾ ਇਹ ਬਚਨ ਆਪਾਂ ਸਰਵਣ ਕਰ ਰਹੇ ਹਾਂ ਕਿ ਵਾਹਿਗੁਰੂ ਜੀ ਤੁਸੀਂ ਬੜੇ ਤਰੀਕਿਆਂ ਨਾਲ ਸਾਨੂੰ ਸਮਝਾਉਂਦੇ ਹੋ। ਆ ਜਿਹੜਾ ਕਰੋਨਾ ਆਇਆ ਤੇ ਗਿਆ, ਵਾਹਿਗੁਰੂ ਕਰੇ ਸੱਚੇ ਪਾਤਸ਼ਾਹ ਕਿਸੇ ਦੇ ਜੀਵਨ ਵਿੱਚ ਦੁੱਖ ਲੈ ਕੇ ਨਾ ਆਏ, ਸਰਬ ਸੰਸਾਰ ਵਿੱਚ ਸੁਖ ਵਰਤੇ। ਇਹਨੇ ਸਾਨੂੰ ਇੱਕ ਗੱਲ ਸਮਝਾਈ ਹੈ। ਮੈਂ ਇੱਕ ਮੁਸਲਮਾਨ ਨੂੰ ਪੁੱਛਿਆ, ਮੈਂ ਕਿ ਜਿਹੜੇ ਤੁਸੀਂ ਰੋਜ਼ੇ ਰੱਖਦੇ ਹੋ ਇਹਦਾ ਅਰਥ ਕੀ ਹੈ? ਉਹ ਕਹਿੰਦਾ ਇਹਦਾ ਪਹਿਲਾ ਤੇ ਇਹ ਵੀ ਖਾਣਾ ਕੁਝ ਨਹੀਂ। ਮੈਂ ਕਿਹਾ ਨਾ ਖਾਣ ਦਾ ਤੇ ਕੋਈ ਗੱਲ ਹੀ ਨਹੀਂ ਬਣਦੀ, ਵੀ ਦਿਨੇ ਨਹੀਂ ਖਾਦਾ ਤੇ ਮੰਗਲਵਾਰ ਵਾਲੀ ਮਾਈ ਵਾਂਗੂ ਸਾਰਾ ਦਿਨ ਖਾਦਾ ਕੁਝ ਨਹੀਂ ਪਰ ਤਿਆਰ ਸਾਰਾ ਕੁਝ ਹੀ ਕੀਤਾ ਹੈ। ਤੇ ਸੂਰਜ ਡੁੱਬਦਿਆਂ ਸਾਰ ਉਹਨੇ ਖਾਣਾ ਹੁੰਦਾ ਤੇ ਮੁੜ ਕੇ 4 ਦਿਨ ਦਵਾਈ ਵੀ ਖਾਣੀ ਹੁੰਦੀ ਹੈ, ਕਿਉਂਕਿ ਮੁੜ ਕੇ ਪਹਿਲਾਂ ਖਾਦਾ ਕੋਈ ਨਹੀਂ, ਮੁੜ ਕੇ ਵੱਧ ਖਾ ਲਿਆ। ਤੇ ਮੈਂ ਕਿਹਾ ਤੁਹਾਡਾ ਵੀ ਇਦਾਂ ਹੀ ਹੈ। ਰੋਜ਼ਿਆਂ ਦੇ ਦਿਨਾਂ ਵਿੱਚ ਸਾਰਾ ਦਿਨ ਰੇਹੜੀਆਂ ਸਜਾਈ ਜਾਂਦੇ ਨੇ ਤੇ ਸ਼ਾਮ ਨੂੰ ਤੁਸੀਂ ਮੁੜ ਕੇ ਲੇੜ ਕੇ ਖਾਂਦੇ ਹੋ।
तो उन्हें मैंने एक बड़ी सोहनी गल सुनाई। कहते भी ये जिहड़े प्रॉफिट मुहम्मद ने ये उन्हां दा सिद्धांत नहीं है, ये तो अज मुसलमान ने अपना राह कढ़ लिया। सिद्धांत यह है कि जे मुसलमान तू एक महीना घट खा के या ना खा के या ना झूठ बोल के ना हेरा फेरी करके जे तू जिउंदा रहा है एक महीना, इहदा अर्थ तू 12 महीने भी जीव सकता है। इस करोने ने सानू वो टच दिता है कि जे तुसी बिल्कुल घर रह के घर दा खा के सादा खा के सिंपल खा के तुसी ये समा गुजारिया और तुसी ठीक रहे, तुसी हैरान होवोगे। पता नहीं तुसी घरों निकले कि नहीं निकले, पर सानू तो लंगर लैके भी बाहर जाना पैंदा सी, दुख सुख नूं भी अरदास करन जाना पैंदा सी। हॉस्पिटलों दीयां OPD बंद हो गई, बंदे बीमार ही नहीं सी हुंदे। इत्थों पता लग गया कि बंदे रब करके बीमार नहीं होंगे, बंदे खाण पीण करके बीमार होंगे। करोने च किसी ने दही नहीं खादा, लस्सी नहीं पीती, चाट नहीं खादी, पकौड़े नहीं खादे, टिक्की नहीं खादी, भल्ले नहीं खादे, कोई बीमार ही नहीं होया। एमरजेंसी बंद हो गई हर हॉस्पिटल की। जो मड़ियां विच जाईदा सी ना, दूजे च नहीं पहले करोने च मड़ियां खाली हुंदियां सी। कोई एक्सीडेंट नाल नहीं मरिया, कोई शराब नाल नहीं मरिया, कोई मर्डर नहीं होया, कोई शुराबाजी नहीं हुई, किसी ने गोली नहीं चलाई। ਇਹਦਾ मतलब क्राइम साडे करके रब करके नहीं है। असी गंदे हाँ, असी माड़े हाँ, असी बुरे हाँ। साडी जीवन शैली भैड़ी सी कि एमरजेंसियां भी भर गई हॉस्पिटलों दीयां ते मड़ियां भी भर गई। कोई ट्रक के थले मर गया, कोई लड़के मर गया, कोई उल्टा पुल्टा खा के मर गया। असी माड़े हाँ, रब ने संसार बड़ा वधिया बनाया है। अज भी सच्चे पातशाह महाराज कहते हैं अनक विधि समझावो। हर दुख भी आउंदा है ते तुसी सानू समझाउने हो, साडा मार्ग दर्शन करते हो कि बंदे वो माड़े काम ना करया करो। तो मैं आप जी नूं बेनती करा, धर्म का अर्थ ही यह है कि चंगे काम सारे करने ने, माड़ा काम कोई नहीं करना। हाँ जी। हम अज्ञान अल्प मत थोरी, तुम आपन बिरद रखावो। हे सतगुरु जी, असी अज्ञानी हाँ, साडी मत थोड़ी है। तुसी हमेशा अपने बिरद दी, अपने सुभाव दी, प्यार वाला सुभाव है, तुसी ओदी पालना करते हो। हाँ जी। तुमरी शरण तुम्हारी आसा, तुम ही सजन सुहेले। तुहाडी शरण विच मैं, तुहाडी आस विच मैं, सानू तुहाडी शरण है, तुहाडी आस है, ते तुहाडे तो वड्डा सज्जन कौन हो सकता है? तुहाडे तो वड्डा साडा सुहेला होर कोई नहीं हो सकता। हाँ जी। राखो राखन हार दयाला, नानक घर के गोले। हे सतगुरु जी, जिवें हो सकता है, राखो राखन हार दयाला, तुसी साडी रखिया करो। असी तुहाडे घर दे लाले गोले, नौकर चाकर दास, जगत जलंदा रख लै अपनी किरपा धार, जित द्वारे उभरै तितै लेहो उबार। वो सच्चे पातशाह के चरणों में अरदासां बेनतियां करिए। महाराज ने कृपा की है। गुरु कलगीधर पातशाह जी के प्रकाश गुरपुरब मनाउण वास्ते आपां सारे तख्त श्री हरमंदर जी पटना साहब दीयां हाजरियां भर रहे हैं। संगतां आ रही ने, दर्शन करके जा रही ने। वक्त की कुछ मजबूरी जरूर है, वो समय समय सिंह साहब आप जी नूं बेनतियां भी करते हैं। मैं सच्चे पातशाह का, गुरु कलगीधर पिता महाराज का कोटान कोट शुक्रगुजार हाँ, जिन्हां ने अपने बच्चे नूं अपने दर के दर्शन बख्शे ने, सेवा बख्शी है। धन श्री गुरु ग्रंथ साहब महाराज जी का कोटान कोट शुक्र, जिन्हां ने अपने 2 शब्द बोलण की दात बख्शी। मेरियां भुलां मैनूं बख्श देणियां। आप संगत का धन्नवाद, हमेशा प्यार असीस बख्शदे हो। इस तखत दे जो प्रबंध की जो इत्थों की कमेटी है, वो मुख सेवादार जथेदार अवतार सिंह जी हित,
ਬਹੁਤ ਪੁਰਾਣੇ ਸਿੱਖਾਂ ਦੇ ਆਗੂ ਨੇ ਔਰ ਅੱਜ ਕੱਲ੍ਹ ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਤਖਤ ਦੀ ਸੇਵਾ ਨਾਲ ਨਵਾਜਿਆ ਹੈ। ਉਹਨਾਂ ਦਾ ਵੀ ਧੰਨਵਾਦ, ਕਿਉਂਕਿ ਉਹਨਾਂ ਨੇ ਪਿਆਰ ਨਾਲ ਆਵਾਜ਼ ਮਾਰੀ ਕਿ ਭਾਈ ਸਾਹਿਬ ਇੱਥੇ ਆਓ। ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਇੱਥੇ ਆ ਕੇ ਦਰਸ਼ਨ ਕੀਤੇ। ਮੇਰੇ ਵੱਡੇ ਵੀਰ ਸਿੰਘ ਸਾਹਿਬ, ਗਿਆਨੀ ਰਣਜੀਤ ਸਿੰਘ ਜੀ ਗੋਹਰੇ ਮਸ਼ਕੀਨ, ਜਿਨ੍ਹਾਂ ਨੂੰ ਵਾਹਿਗੁਰੂ ਨੇ ਇਸ ਤਖਤ ਦੀ ਸੇਵਾ ਬਖਸ਼ੀ ਹੈ। ਕਿਉਂਕਿ ਮੈਂ ਹਮੇਸ਼ਾ ਕਹਿੰਦਾ ਸਾਡੀ ਸਿੱਖੀ ਦੀ ਰਹੁ ਰੀਤ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾਅਦ ਜਿਹੜੀ ਪਦਵੀ ਹੈ ਉਹ ਪੰਜ ਪਿਆਰਿਆਂ ਦੀ ਹੈ। ਪੰਜ ਪਿਆਰਿਆਂ ਤੋਂ ਬਾਅਦ ਜੇ ਪਦਵੀ ਹੈ ਕੋਈ ਤਾਂ ਸਾਡੇ ਪੰਜ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਹੈ। ਸੋ ਇਹ ਦੂਜਾ ਤਖਤ ਹੈ ਇਸ ਪੰਥ ਦਾ, ਜਿਹਦੀ ਸੇਵਾ ਮਹਾਰਾਜ ਨੇ ਉਹਨਾਂ ਦੀ ਝੋਲੀ ਵਿੱਚ ਪਾਈ ਹੈ। ਉਹਨਾਂ ਨੇ ਪਿਆਰ ਸੀਸ ਦਿੱਤੀ, ਨਿਵਾਜਿਆ। ਬੰਗਲਾ ਸਾਹਿਬ ਬੇਨਤੀ ਕਰਦਿਆਂ, ਅਰਦਾਸ ਕਰਦਿਆਂ ਉਹਨਾਂ ਨੇ ਮੈਨੂੰ ਹੁਕਮ ਕੀਤਾ। ਕਹਿੰਦੇ ਮੈਂ ਜਹੇਦਾਰ ਹਾਂ, ਮੈਂ ਬੇਨਤੀ ਵੀ ਕਰ ਸਕਦਾ ਤੇ ਹੁਕਮ ਵੀ ਕਰ ਸਕਦਾ। ਤੇ ਉਹਨਾਂ ਦਾ ਹੁਕਮ ਸੀਗਾ। ਮਹਾਰਾਜ ਨੇ ਆਪਣੇ ਸਥਾਨ ਦੀ ਸੇਵਾ ਲਈ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰੀ ਭਰ ਸਕਿਆ। ਇੰਨੇ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਬਖਸ਼ੋ, ਫਤਿਹ ਬੁਲਾਓ। ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ, ਆਪਾਂ ਉਹਦਾ ਪਾਠ ਸਰਵਣ ਕਰੀਏ। ਹਾਂਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ ਸਜਨ ਸੁਵੇਲੇ, ਰਾਖੋ ਰਾਖਨ ਹਰ ਦਿਆਲਾ, ਨਾਨਕ ਘਰ ਕੀ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।